नमस्कार दोस्तों, सत श्री अकाल, राम राम भी सारिਆਂ ने। PYQ ਦੇ ਇੱਕ ਹੋਰ बेहतरीन जादुई ਸੈਸ਼ਨ ਦੇ ਵਿੱਚ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜੇ ਵਿਦਿਆਰਥੀ ਪਹਿਲੀ ਵਾਰ ਇਸ ਚੈਨਲ ਤੇ ਜੁੜ ਰਹੇ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸ ਕਲਾਸ ਦੀ PDF, ਪ੍ਰੈਕਟਿਸ ਸ਼ੀਟ ਅਤੇ ਕਿਸੇ ਵੀ ਪ੍ਰਕਾਰ ਦੇ ਡਾਊਟ ਸੋਲੂਸ਼ਨ ਲਈ ਤੁਸੀਂ ਸਾਡੇ ਨਾਲ ਇਸ ਟੈਲੀਗ੍ਰਾਮ ਚੈਨਲ ਤੇ ਜੁੜਨਾ ਨਾ ਭੁੱਲਿਓ। ਜੁੜਨ ਲਈ ਦਿੱਤੇ ਹੋਏ ਇਸ ਲਿੰਕ ਰਾਹੀਂ ਜਾਂ ਇਸ QR ਕੋਡ ਨੂੰ ਸਕੈਨ ਕਰਕੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਨਾ ਨਾ ਭੁੱਲਿਓ। ਹੁਣ ਜਿਹੜੇ ਵਿਦਿਆਰਥੀ ਆਫਲਾਈਨ ਸਾਡੇ ਨਾਲ ਜੁੜਨਾ ਚਾਹੁੰਦੇ ਹਨ ਤਾਂ ਸਾਡੇ ਆਫਲਾਈਨ ਬੈਚ 5 ਜਨਵਰੀ ਤੋਂ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਵਿੱਚ ਸਾਡੀ बेहतरीन ਅਤੇ ਡੈਡੀਕੇਟਿਡ ਟੀਮ ਦੇ ਦੁਆਰਾ ਆਫਲਾਈਨ ਬੈਚ ਪਿੰਡ ਆਲਮਗੜ੍ਹ ਅਬੋਹਰ ਵਿਖੇ ਸ਼ੁਰੂ ਕਰ ਦਿੱਤੇ ਗਏ ਹਨ। ਤਾਂ ਅੱਜ ਹੀ ਤੁਸੀਂ ਆਫਲਾਈਨ ਵਿਜ਼ਿਟ ਕਰਕੇ ਆਪਣੀ ਆਫਲਾਈਨ ਸੀਲ ਐਨਰੋਲਮੈਂਟ ਕਰਵਾ ਸਕਦੇ ਹੋ। ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ PYQ ਖਜ਼ਾਨਾ। ਜਿਵੇਂ ਤੁਹਾਨੂੰ ਪਤਾ ਹੈ, ਆਪਾਂ ਲਾਸਟ ਕਲਾਸ ਦੇ ਵਿੱਚ इस क्वेश्चन तक पढ़ चुके सन। हुण आपां शुरू करते हैं अपना अज दा क्वेश्चन नंबर फर्स्ट। तां रेडी हो जाओ, पेश है तुहाडा अज दा क्वेश्चन नंबर पहला। अज दा क्वेश्चन देखो की कहंदा है। एक व्यापारी एक वस्तु 25% लाभ दे नाल 500 रुपए दे विच वेचदा है अते दूजी वस्तु 10% घाटे ते वेचदा है। कुल मिला के ना लाभ हुंदा ना घाटा। दूजी वस्तु की लागत की होगी। देखो बिल्कुल सिंपल क्वेश्चन है, बट इस क्वेश्चन दे विच तुहानू लैंग्वेज मार पा सकती है। तो आपां शलीके दे नाल इस क्वेश्चन नु सॉल्यूशन करांगे। किवें देखो, CP ते SP दी गल हो रही है। एक व्यापारी वस्तु नु 25% लाभ ते बेचदा है। 25% का मतलब 1/4, यानी कि 4 वाली चीज एक लाभ 5 ते उत्ते बेचेगा। हुण बड़े ध्यान दे नाल बड़े प्यार नाल इह गल समझियो, 4 वाली चीज 5 दे विच बेचेगा, बट एक्चुअल दे विच पहली चीज उन्हें 500 दे विच बेची है। यानी कि 5 दी वैल्यू कितनी है 500, तो 4 दी वैल्यू कितनी हो जाएगी 400। यानी कि आप पहली वस्तु नु आपां A मान लेने। पहली वस्तु A ਜਿਹੜੀ ਪਹਿਲੀ ਵਸਤੂ ਹੈ ਉਹ 400 ਚ ਖਰੀਦੀ, 500 ਦੇ ਵਿੱਚ ਵੇਚੀ, ਤਾਂ ਉਹਨੂੰ ਲਾਭ ਕਿੰਨੇ ਦਾ ਹੋਇਆ? ਤੁਸੀਂ ਕਹੋਗੇ ਉਹਨੂੰ ਲਾਭ ਹੋਇਆ 100 ਰੁਪਏ ਦਾ। ਹੁਣ ਦੇਖੋ ਦੂਜੀ ਲਾਈਨ ਉਹ ਕੀ ਕਹਿੰਦਾ ਹੈ, ਦੂਜੀ ਵਸਤੂ 10% ਘਾਟੇ ਤੇ ਵੇਚਦਾ ਹੈ, ਕੁੱਲ ਮਿਲਾ ਕੇ ਨਾ ਲਾਭ ਹੋਇਆ ਨਾ ਹਾਨੀ ਹੋਈ। ਹੁਣ ਰਾਜੇ ਇੱਕ ਗੱਲ ਤੁਸੀਂ ਇੱਥੇ ਸਮਝੋ ਵੀ ਜੇਕਰ ਪਹਿਲੀ ਵਸਤੂ ਤੇ ਕਿਸੇ ਬੰਦੇ ਨੂੰ 100 ਰੁਪਏ ਦਾ ਪ੍ਰੋਫਿਟ ਹੋਇਆ ਤੇ ओवरऑल उसनू ना लाभ होया ना हानि हुई, यानी कि 0 रुपए का प्रॉफिट होया। तो दूजी वस्तु ते की करना पैना है? तां हुण कोरिया दा बच्चा भी ये दसेगा भी सर दूजी वस्तु नू 100 रुपए हानि ते बेचना पैना है। पहली ते जेकर 100 दा लाभ होया है तो दूजी दे विच 100 रुपए दी हानि होनी चाहिए है, तां ओनू ओवरऑल ना लाभ ना हानि होवेगी। तां ठीक है। हुण पहली वस्तु दे विच ओनू 100 दा प्रॉफिट होया, ਤਾਂ ਦੂਜੀ ਵਸਤੂ ਦੇ ਵਿੱਚ ਕੀ ਹੋਣਾ ਸੀ? ਉਹਨੂੰ ਲੋਸ ਹੋਣਾ ਸੀ। ਠੀਕ ਹੈ। ਤੇ ਆਪਾਂ ਨੂੰ ਦਿੱਤਾ ਕਿੰਨਾ ਹੋਇਆ ਹੈ? ਲੋਸ 10%। ਐਕਚੁਅਲ ਦੇ ਵਿੱਚ ਆਪਾਂ ਨੂੰ ਲੋਸ ਚਾਹੀਦਾ ਕਿੰਨਾ ਹੈ? 100 ਰੁਪਏ ਦਾ। ਦੂਜੀ ਵਸਤੂ ਦੇ ਵਿੱਚ 100 ਦਾ ਲੋਸ, ਤਾਂ 10% ਦੀ ਵੈਲਿਊ 100। ਤੇ ਦੂਜੀ ਵਸਤੂ ਆਪਣੇ ਆਪ ਦੇ ਵਿੱਚ CP ਕਿੰਨਾ ਹੁੰਦਾ ਹੈ? 100%। ਤਾਂ ਦੂਜੀ ਵਸਤੂ ਦਾ CP 100% ਦੀ ਵੈਲਿਊ, 10 ਦੀ ਵੈਲਿਊ 100, ਤਾਂ 100 ਦੀ ਵੈਲਿਊ 1000। ਤਾਂ ਦੂਜੀ ਵਸਤੂ ਦਾ ਜਿਹੜਾ CP ਹੈ ਉਹ ਕਿੰਨਾ ਹੋਵੇਗਾ 1000। ਹੁਣ ਆਪਾਂ ਇਸ ਕੁਐਸਚਨ ਨੂੰ ਬਾਈ ਆਪਸ਼ਨ ਵੀ ਕਰ ਸਕਦੇ ਸੀ। ਸਰ ਕਿਵੇਂ? ਦੇਖੋ CP ਅਤੇ SP, ਆਪਾਂ ਪਹਿਲੀ ਵਸਤੂ ਦਾ CP ਕੱਢਿਆ ਸੀ 400 ਤੇ ਪਹਿਲੀ ਦਾ SP ਕਿੰਨਾ ਸੀ 500। ਹੁਣ ਜੇਕਰ ਆਪਾਂ ਦੂਜੀ ਵਸਤੂ ਦਾ ਜੇਕਰ CP 1000 ਮੰਨਦੇ ਤਾਂ 1000 ਦੇ ਵਿੱਚ 10% ਦਾ ਘਾਟਾ, 1000 ਦਾ 10% 100 ਦਾ ਘਾਟਾ ਹੁੰਦਾ ਤਾਂ ਕਿੰਨੇ ਦੀ ਵੇਚਦਾ ਉਹ 900 ਦੀ। ਤਾਂ ਦੇਖੋ ओवरऑल
दोवां वस्तुओं का सीपी कितना हो जाएगा 400 ते 1000 1400 ते दोवां का एसपी कितना हो जाएगा 9 ते 5 1400 1400 ते खरीदी 1400 ते वेची ओनू ना लाभ होवेगा ना हानि होवेगी तो आंसर अपना आवेगा 1000 रुपए। नेक्स्ट क्वेश्चन गोपी एक वस्तु ਨੂੰ ਉਸਦੇ ਵਿਕਰੀ ਮੁੱਲ ਦੇ 7/8 ਤੇ ਵੇਚਦਾ ਹੈ ਤਾਂ ਦੇਖੋ ਵੀ ਗੋਪੀ ਇੱਕ ਵਸਤੂ ਵੇਚਦਾ ਹੈ ਉਹ ਵੇਚਦਾ ਹੈ ਐਸਪੀ ਦੇ 7/8 ਤੋਂ ਠੀਕ ਹੈ ਹੁਣ ਬੱਚੇ ਨੂੰ ਇੱਥੇ ਕਨਫਿਊਜ਼ਨ ਹੁੰਦੀ ਹੈ ਵੀ ਸਰ ਬਟਾ ਵਾਲੀ ਰਕਮ ਜਿਹੜੀ ਹੈ ਉਹ ਸੀਪੀ ਹੈ ਜਾਂ ਬਟਾ ਵਾਲੀ ਰਕਮ ਐਸਪੀ ਹੈ ਤਾਂ ਹੁਣ ਰਾਜੇ ਯਾਦ ਰੱਖੋ ਇਸ ਵੈਲਿਊ ਦੇ ਨਾਲ ਦਾ ਦੇ ਨਾਲ ਕਿਹੜਾ ਲੱਗਿਆ ਹੋਇਆ ਹੈ ਵਿਕਰੀ ਮੁੱਲ ਲੱਗਿਆ ਹੈ ਤਾਂ ਬਟਾ ਵਾਲੀ ਵੈਲਿਊ ਦਾ ਦੇ ਨਾਲ ਜਿਹੜੀ ਸੰਖਿਆ ਹੁੰਦੀ ਹੈ ਜਿਹੜੀ ਰਕਮ ਹੁੰਦੀ ਹੈ ਉਹ ਹੁੰਦੀ ਹੈ ਤਾਂ ਬਟਾ ਦੇ ਵਿੱਚ ਆਪਣੇ ਕੋਲ ਕੀ ਹੈ 8 ਤਾਂ ਯਾਨੀ ਕਿ ਦਾ ਦੇ ਨਾਲ ਕੀ ਲੱਗਿਆ ਹੋਇਆ ਹੈ ਵਿਕਰੀ ਮੁੱਲ ਐਸਪੀ ਤਾਂ ਬਟਾ ਵਾਲੀ ਵੈਲਿਊ ਐਸਪੀ ਹੋਵੇਗੀ ਤਾਂ ਜੇਕਰ ਮੈਂ 7/8 ਥੱਲੇ ਵਾਲੀ ਐਸਪੀ ਹੈ ਤਾਂ ਉੱਤੇ ਵਾਲਾ ਕੀ ਹੋਵੇਗਾ ਸੀਪੀ ਕਿਉਂਕਿ ਉਹਨੇ 7/8 ਤੇ ਖਰੀਦੀ ਹੈ ਤਾਂ ਠੀਕ ਹੈ ਹੁਣ ਆਪਾਂ 7 ਨੂੰ ਨਹੀਂ ਆਪਾਂ 700 ਮੰਨਾਂਗੇ 8 ਨੂੰ ਆਪਾਂ 800 ਮੰਨਾਂਗੇ ਮੰਨ ਸਕਦੇ ਆ ਕੋਈ ਚੱਕਰ ਨਹੀਂ ਆ ਸੀਪੀ ਹੈ ਆ ਆਪਣਾ ਐਸਪੀ ਹੈ ਠੀਕ ਹੈ ਜੇਕਰ ਉਹ ਉਸ ਨੂੰ ਵਿਕਰੀ ਮੁੱਲ ਤੋਂ 20% ਵੱਧ ਤੇ ਵੇਚਦਾ ਹੁਣ ਜੇਕਰ ਉਹ ਵਿਕਰੀ ਮੁੱਲ ਦੇ 20% ਵੱਧ ਤੋਂ ਵੇਚਦਾ ਤਾਂ ਮੈਨੂੰ ਇਹ ਦੱਸੋ 800 ਦਾ 20% ਕਿੰਨਾ ਹੋਵੇਗਾ ਤੁਸੀਂ ਕਹੋਗੇ 160 ਤਾਂ ਜੇਕਰ 160 ਵੱਧ ਤੇ ਵੇਚਦਾ ਤਾਂ ਹੁਣ ਉਹ ਕਿੰਨੇ ਦੇ ਵੇਚਦਾ 960 ਦੇ ਵਿੱਚ ਆ ਆਪਣਾ ਕੀ ਆਇਆ SP2 ਆਇਆ ਤਾਂ ਹੁਣ ਮੈਨੂੰ ਇਹ ਦੱਸੋ ਵੀ ਹੁਣ ਉਹਨੂੰ ਐਕਚੁਅਲ ਦੇ ਵਿੱਚ ਪ੍ਰੋਫਿਟ ਕਿੰਨਾ ਹੋਣਾ ਸੀ 700 ਵਾਲੀ ਚੀਜ਼ 960 ਦੇ ਵਿੱਚ ਵੇਚੇਗਾ ਤਾਂ ਕਿੰਨੇ ਦਾ ਪ੍ਰੋਫਿਟ 260 ਦਾ ਕਾਦੇ ਤੇ ਸੀਪੀ ਤੇ परसेंट लावांगे तो इनटू दे विच 100 आ 0 नाल आ 0 तो ऑप्शन की बनेगा 7 तिया 21 5 7 7 49 तो 37 से 1/7% दोनों प्रॉफिट होगा ठीक है हुण आपां इनू एक स्टेप कट भी कर सकते सी किवें सर किवें कट कर सकते सी हुण देखो पहला प्रॉफिट कितना सी पहला प्रॉफिट सी 100 रुपए दा ठीक है जेकर 800 ਦੇ ਵਿੱਚ 20% ਹੋਰ ਉਹ ਵਿਕਰੀ ਮੁੱਲ ਵਧਾਉਂਦਾ ਤਾਂ 800 ਦਾ 20% ਕਿੰਨਾ ਹੋ ਗਿਆ ਤੁਸੀਂ ਕਹੋਗੇ 160 ਯਾਨੀ ਕਿ 160 ਰੁਪਏ ਹੋਰ ਉਹਨੂੰ ਪ੍ਰੋਫਿਟ ਹੁੰਦਾ ਤਾਂ ਓਵਰਆਲ ਪ੍ਰੋਫਿਟ ਕਿੰਨਾ ਹੋ ਜਾਂਦਾ 260 ਦਾ ਕਾਦੇ ਤੇ 700 ਤੇ ਪਰਸੈਂਟ ਲਾਵਾਂਗੇ 10 ਦੇ ਵਿੱਚ ਐਕਚੁਅਲ ਦੇ ਵਿੱਚ ਇੰਨੇ ਪਰਸੈਂਟ ਉਹਨੂੰ ਲਾਭ ਹੁੰਦਾ ਤਿੰਨ ਕਮੀਜ਼ਾਂ ਅਤੇ ਦੋ ਪੈਂਟਾਂ ਦੀ कीमत 950 रुपए है दो कमीज और तीन पेंटा की कीमत 1050 है चार पेंट और 5 कमीजा की कीमत की होगी इस क्वेश्चन ते तुसी ला लो 3 स्टार देखो ये क्वेश्चन आजकल एग्जाम दे विच ट्रेंडिंग दे विच चल रहे हैं की कहंदा है तीन कमीज तीन शर्ट अते दो पेंट इन्हां दी कीमत है 950 रुपए बड़े आराम नाल आपां इस क्वेश्चन सीखांगे बड़े प्यार दे नाल हुण दूजी लाइन की कहंदा है जेकर दो शर्टां अते तीन पेंटां खरीददा तां कितना पैसा लगदा 1050 इस क्वेश्चन दे विच आपां लास्ट दे विच जादू भी देखांगे भी आपां जेआर जादू नाल इस क्वेश्चन नूं किवें सेकंडां दे विच उड़ा दिंदे पहला तरीका समझो तुसीं ਹੁਣ देखो भी ਹੁਣ ਆਪਾਂ ਕੋਈ ਵੀ ਇੱਕ ਵੈਲਿਊ ਨੂੰ ਇਗਨੋਰ ਕਰਨੀ ਹੈ ਤੁਸੀਂ ਕਹੋਗੇ ਸਰ ਕਿਹੜੀ ਵੈਲਿਊ ਇਗਨੋਰ ਕਰੀਏ ਤਾਂ ਆਪਾਂ ਕੀ ਕਰ ਦਿੰਨੇ ਆ ਆਪਾਂ ਆ ਸ਼ਰਟ ਨੂੰ ਕੱਟ ਦਿੰਨੇ ਆ ਠੀਕ ਹੈ ਸਰ ਸ਼ਰਟ ਨੂੰ ਕੱਟਣ ਲਈ ਆਪਾਂ ਕੀ ਕਰਨਾ ਉੱਤੇ 2 ਨਾਲ ਮਲਟੀਪਲਾਈ ਥੱਲੇ 3 ਨਾਲ ਮਲਟੀਪਲਾਈ ਤਾਂ ਦੇਖੋ ਵੀ 3 दूनी 6 ਇੱਥੇ ਵੀ 2 ਤਿਆ 6 ਤਾਂ ਸ਼ਰਟ ਨਾਲ ਤਾਂ ਸ਼ਰਟ ਕੱਟ ਹੋ ਜਾਏਗੀ ਹੁਣ ਕੀ ਬਚੇਗਾ ਦੇਖੋ 2 दूनी 4 3 ਤਿਆ 9 9p ਦੇ ਵਿੱਚੋਂ 4p ਗਿਆ ਤਾਂ ਕਿੰਨਾ ਬਚ ਗਿਆ ਮੇਰੇ ਕੋਲ 5p ਹੁਣ ਸਟੈਪ ਕਟਿੰਗ ਤੁਸੀਂ ਇੱਥੇ ਹੀ ਸਿੱਖਣੀ ਹੈ ਹੁਣ ਦੇਖੋ 950 ਗੁਣਾ 2 ਕਿੰਨਾ ਹੋ ਗਿਆ 18 ਤੇ 100 1900 ਤੇ 105 ਗੁਣਾ 3 ਕਿੰਨਾ ਹੋ ਗਿਆ 1900 ਤੇ ਆ ਹੋ ਗਿਆ 315 3150 ਆ ਹੋ ਗਿਆ ਆਪਣੇ ਕੋਲ 3150
ਆ ਹੋ ਜਾਏਗਾ 1900। 3150 ਦੇ ਵਿੱਚੋਂ 1900 ਮਾਈਨਸ ਕਰਾਂਗੇ ਤਾਂ ਇਹ ਕਿੰਨਾ ਬਣ ਜਾਏਗਾ 1250। ਤਾਂ 5 ਪੈਂਟਾਂ ਦੀ ਕੀਮਤ ਆ ਗਈ 1250। ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਇੱਕ ਪੈਂਟ ਦੀ ਕੀਮਤ ਨਹੀਂ ਦੱਸ ਸਕਦੇ? ਤੁਸੀਂ ਕਹੋਗੇ ਸਰ ਆਰਾਮ ਨਾਲ। ਤਾਂ ਇੱਕ ਪੈਂਟ ਦੀ ਕੀਮਤ ਕਿੰਨੀ ਹੋ ਜਾਏਗੀ? ਆਪਾਂ ਜਿਹਦੇ ਪਾੜੇ ਤੇ ਕੱਟਾਂਗੇ ਤਾਂ 5 दूनी 10, 5 जोड़ी 25, 250। ਆ ਇੱਕ ਪੈਂਟ ਦੀ ਕੀਮਤ ਆ ਗਈ। ਠੀਕ ਹੈ ਜੀ। ਹੁਣ ਆਪਾਂ ਕੀ ਇੱਕ ਸ਼ਰਟ ਦੀ ਕੀਮਤ ਨਹੀਂ ਕੱਢ ਸਕਦੇ? ਤੁਸੀਂ ਕਹੋਗੇ ਆਰਾਮ ਨਾਲ ਕੱਢ ਸਕਦੇ ਆ ਸਰ। ਦੇਖੋ ਇੱਕ ਪੈਂਟ ਦੀ ਕੀਮਤ 250, ਤਾਂ ਦੋ ਪੈਂਟਾਂ ਦੀ ਕੀਮਤ ਕਿੰਨੀ ਹੋ ਜਾਏਗੀ 500। ਆ 500 ਇੱਧਰ ਜਾ ਕੇ ਮਾਈਨਸ ਹੋਵੇਗਾ ਤਾਂ 950 ਦੇ ਵਿੱਚੋਂ 500 ਗਿਆ ਤਾਂ ਕਿੰਨਾ ਰਹਿ ਗਿਆ 450। 450 450 ਕੀ ਹੈ? 3 ਸ਼ਰਟਾਂ ਦੀ ਕੀਮਤ ਹੈ। ਤਾਂ ਫਿਰ ਇੱਕ ਸ਼ਰਟ ਦੀ ਕੀਮਤ ਕਿੰਨੀ ਹੋ ਜਾਏਗੀ? ਤੁਸੀਂ ਕਹੋਗੇ ਇੱਕ ਸ਼ਰਟ ਦੀ ਕੀਮਤ ਹੋਗੀ 150 रुपए। ਹੁਣ ਇੱਕ ਪੈਂਟ ਅਤੇ ਇੱਕ ਸ਼ਰਟ ਦੀ ਕੀਮਤ ਆਪਣੇ ਕੋਲ ਆ ਬਣ ਕੇ ਆ ਗਈ। ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਕੀ ਹੈ? 4 ਪੈਂਟ। ਤਾਂ ਦੇਖੋ ਵੀ ਇੱਕ ਪੈਂਟ ਦੀ ਕੀਮਤ 250 ਹੈ ਤਾਂ 4 ਪੈਂਟਾਂ ਦੀ ਕੀਮਤ ਕਿੰਨੀ ਹੋ ਜਾਏਗੀ 250 गुणा 4 1000 प्लस 5 कमीज। एक कमीज की कीमत है 150, पंजा दी 15 पंजी 75, 750। ਤਾਂ ओवरऑल मेरे कोल 4 ਪੈਂਟ ਤੇ 5 ਕਮੀਜ਼ਾਂ ਦੀ ਕੀਮਤ ਕਿੰਨੀ ਬਣ ਕੇ ਆ ਗਈ 1750। ਆਪਸ਼ਨ ਨੰਬਰ ਸੀ। ਆ ਸੀ ਇਸ ਕੁਐਸਚਨ ਦਾ ਕਰਨ ਦਾ ਪੂਰਾ ਬੇਸਿਕ ਮੈਥਡ ਦੇ ਨਾਲ ਆਪਾਂ ਸਲਿੱਕੇ ਦੇ ਨਾਲ ਇਸ ਕੁਐਸਚਨ ਨੂੰ ਟੈਕਲ ਕੀਤਾ। ਹੁਣ ਦੇਖੋ ਹੁਣ ਲਾਓ ਇੱਥੇ JR ਜਾਦੂ। ਸਰ ਜਾਦੂ ਕਿਵੇਂ? ਦੇਖੋ ਵੀ ਕੀ ਕਹਿੰਦਾ ਹੈ 3 ਸ਼ਰਟ ਅਤੇ 2 ਪੈਂਟ ਜੇਕਰ ਉਹ ਖਰੀਦੇ ਤਾਂ ਉਹ ਦਿੰਦਾ 950। ਕੱਤੇ ਕੋਈ ਦਿੱਕਤ ਹੈ ਨਹੀਂ। ਜੇਕਰ 2 ਪੈਂਟ ਅਤੇ 3 ਸ਼ਰਟ ਖਰੀਦਦਾ ਤਾਂ ਉਹ ਦਿੰਦਾ 1050। ਸਰ ਇਹ ਵੀ ਕੋਈ ਦੁਹਰਾਈ ਨਹੀਂ, ਕੋਈ ਚੱਕਰ ਹੈ ਨਹੀਂਗਾ। ਹੁਣ ਅਗਲੀ ਗੱਲ ਦੇਖੋ, ਇੱਕ ਗੱਲ ਜਦੋਂ ਆਪਾਂ ਇੱਥੇ ਨੋਟ ਕਰੀਏ ਸਰ ਕੀ ਉਹ ਇੱਥੇ S ਹੋਣਾ ਸੀ, ਇੱਥੇ P ਹੋਣਾ ਸੀ। ਜੇਕਰ ਆਪਾਂ ਇੱਕ ਗੱਲ ਇੱਥੇ ਨੋਟ ਕਰਦੇ ਹਾਂ ਉਹ ਗੱਲ ਕੀ ਹੈ? ਜੇਕਰ ਇੱਕ ਸ਼ਰਟ ਕੱਟੀ ਹੈ, ਇੱਕ ਪੈਂਟ ਵੱਧਦੀ ਹੈ ਤਾਂ ਉਹਨੂੰ ਕੀ ਹੁੰਦਾ ਹੈ? ਉਹਦਾ ਪ੍ਰਾਈਸ 100 रुपए ਵੱਧ ਹੁੰਦਾ ਹੈ। ਇਹ ਗੱਲ ਤੁਹਾਨੂੰ ਸਮਝ ਆਈ? ਜੇਕਰ ਇੱਕ ਸ਼ਰਟ ਘਟਾਵੇ ਇੱਕ ਪੈਂਟ ਵਧਾਵੇ ਤਾਂ ਉਹਨੂੰ 100 रुपए ਐਕਸਟਰਾ ਦੇਣੇ ਪੈਣਗੇ। ਸਰ ਇਹ ਗੱਲ ਸਾਨੂੰ ਸਮਝ ਆ ਗਈ। ਹੁਣ ਮੈਂ ਸ਼ਰਟ ਨੂੰ ਪੂਰਾ ਕੱਟ ਦੇਣਾ, ਮੈਂ ਸ਼ਰਟ ਇੱਕ ਵੀ ਨਹੀਂ ਖਰੀਦਣੀ, ਤਾਂ ਇੱਕ ਵੀ ਨਹੀਂ ਖਰੀਦਣੀ ਤਾਂ ਕੀ ਕਰਨਾ ਪੈਣਾ? ਤੁਸੀਂ ਕਹੋਗੇ ਸਰ 2 ਸ਼ਰਟਾਂ ਮਾਈਨਸ ਕਰ ਦੋ ਤਾਂ ਸ਼ਰਟ ਹੋਗੀ 0। 2 ਸ਼ਰਟਾਂ ਮਾਈਨਸ ਕਰਾਂਗੇ ਤਾਂ ਇੱਥੇ 2 ਪੈਂਟ ਪਲੱਸ ਕਰਨੀ ਪੈਣੀ ਹੈ। ਤਾਂ ਹੁਣ ਕਿੰਨੀਆਂ ਪੈਂਟਾਂ ਹੋ ਗਈਆਂ 5 ਪੈਂਟਾਂ ਬਰਾਬਰ। ਦੇਖੋ ਇੱਕ ਸ਼ਰਟ ਕੱਟ ਕੀਤੀ ਇੱਕ ਪੈਂਟ ਵੱਧ ਕੀਤਾ ਤਾਂ 100 ਵਧਿਆ। 2 ਸ਼ਰਟ ਕੱਟ ਕੀਤੀ ਹੈ 2 ਪੈਂਟ ਵੱਧ ਕੀਤੀ ਹੈ ਤਾਂ ਕਿੰਨਾ ਵਧੇਗਾ 200 रुपया। ਤਾਂ ਦੇਖੋ 1050 ਦੇ ਵਿੱਚ 200 ਪਲੱਸ ਕਰਾਂਗੇ ਤਾਂ ਕਿੰਨਾ ਹੋ ਗਿਆ 1250। ਹੁਣ ਦੇਖੋ ਆਪਣੀ ਗੰਦੀ ਨਜ਼ਰਾਂ ਦੇ ਨਾਲ ਕਿ 5 ਪੈਂਟਾਂ ਦੀ ਕੀਮਤ 1250 ਨਹੀਂ ਆ ਗਈ ਤੇ ਇੱਕ ਪੈਂਟ ਦੀ ਕੀਮਤ ਆਵੇਗੀ 250। ਹੁਣ ਇੱਕ ਪੈਂਟ ਦੀ ਕੀਮਤ 250 ਹੈ ਤੇ ਇੱਥੇ 250 ਪੁੱਟ ਕਰ ਦਿਓ। 2 ਪੈਂਟਾਂ ਦੀ ਕੀਮਤ 500, 500 ਇੱਧਰ ਜਾ ਕੇ ਮਾਈਨਸ ਹੋ ਜਾਏਗਾ 450। 3 ਸ਼ਰਟਾਂ ਦੀ ਕੀਮਤ 450 ਤੇ ਇੱਕ ਸ਼ਰਟ ਦੀ ਕੀਮਤ ਕਿੰਨੀ ਬਣ ਕੇ ਆ ਜਾਏਗੀ 150। ਹੁਣ ਇੱਕ ਪੈਂਟ ਅਤੇ ਇੱਕ ਸ਼ਰਟ ਦੀ ਕੀਮਤ ਆ ਗਈ। ਉਸ ਤੋਂ ਬਾਅਦ ਆਪਣਾ ਕੁਐਸਚਨ ਉਹ ਸੇਮ ਹੋ ਜਾਏਗਾ। अपना फाइनल आंसर की आएगा 1750। 4 ਪੈਂਟ ਅਤੇ 5 ਸ਼ਰਟਾਂ ਦੀ ਕੀਮਤ ਆਪਾਂ ਦੱਸਣੀ ਸੀ। ਆਈ ਹੋਪ ਇਹ ਤੁਹਾਨੂੰ ਬੜੀ ਵਧੀਆ ਤਰ੍ਹਾਂ ਸਮਝ ਆਇਆ ਹੋਵੇਗਾ ਕੁਐਸਚਨ। ਹੁਣ ਆਪਾਂ ਵਧਦੇ ਹਾਂ ਆਪਣੇ ਨੈਕਸਟ ਕੁਐਸਚਨ ਵੱਲ। ਕੁਐਸਚਨ ਕੀ ਕਹਿੰਦਾ ਦੇਖੋ ਰਾਜੇ, ਇੱਕ ਵਪਾਰੀ 20% ਲਾਭ ਤੇ ਚੀਨੀ ਵੇਚਦਾ ਹੈ ਅਤੇ ਅਸਲ ਮਾਪ ਤੋਂ 10% ਘੱਟ ਵਜਨ ਤੋਲਦਾ ਹੈ, ਕੁੱਲ ਲਾਭ ਦੱਸਣਾ ਹੈ। देखो भी 10% ਦੀ ਫ੍ਰੈਕਸ਼ਨ ਵੈਲਿਊ 1/10। ਠੀਕ ਹੈ, ਘੱਟ ਤੋਲਦਾ ਹੈ ਤਾਂ ਕਿੰਨਾ ਹੋ ਜਾਏਗਾ 9/10। ਇਹ ਗੱਲ ਸਮਝ ਆ ਗਈ। ਹੁਣ ਆਪਾਂ CP ਅਤੇ SP ਦਾ ਰੇਸ਼ੋ ਕੱਢਾਂਗੇ। 20% ਲਾਭ ਤੇ ਚੀਨੀ ਵੇਚਦਾ ਹੈ, 20% ਦਾ ਮਤਲਬ ਕਿੰਨਾ ਹੋਵੇਗਾ? ਤਾਂ ਤੁਸੀਂ ਕਹੋਗੇ ਸਰ 20% ਦਾ ਮਤਲਬ ਹੋ ਗਿਆ
1/5 5 वाली चीज एक लाभ ਦੇ ਵਿੱਚ ਹੀ 6 ਦੇ ਵਿੱਚ ਉਹ 10% ਘੱਟ ਵਜਨ ਦਾ ਵਰਤੋਂ ਕਰਦਾ ਹੈ। ਆਪਾਂ ਲਾਸਟ ਕਲਾਸ ਦੇ ਵਿੱਚ ਇਹ ਕੁਐਸਚਨ ਦੱਸਿਆ ਸੀ ਵੀ ਸੀਪੀ ਕਿਹੜਾ ਹੁੰਦਾ ਤੇ ਐਸਪੀ ਕਿਹੜਾ ਹੁੰਦਾ ਹੈ। ਤਾਂ ਹੁਣ ਇਹ ਦੱਸੋ ਵੀ ਰਾਜੇ ਜਿਹੜੀ ਚੀਜ਼ ਦੁਕਾਨਦਾਰ ਦੀ ਦੁਕਾਨ ਤੋਂ ਜਾਵੇਗੀ ਉਹ ਤਾਂ ਹੋਵੇਗਾ ਉਹਦਾ ਸੀਪੀ ਅਤੇ ਜਿੰਨੀ ਚੀਜ਼ ਦੇ ਦੁਕਾਨਦਾਰ ਨੇ ਗ੍ਰਾਹਕ ਕੋਲੋਂ ਪੈਸੇ ਲਏ ਹੈ ਉਹ ਕੀ ਹੋਵੇਗਾ ਐਸਪੀ। ਤਾਂ ਹੁਣ ਦੇਖੋ ਘੱਟ ਵਜਨ ਤੋਲਦਾ ਹੈ 10% 10% मतलब 1/10 अपने को बन के है 9/10 यानी कि घट वजन तोलेगा ਤਾਂ ਦੁਕਾਨਦਾਰ ਦੀ ਦੁਕਾਨ ਦੇ ਵਿੱਚੋਂ ਤਾਂ 9 ਦੇ ਗਏ ਹੈ ਪਰ ਉਹਨੇ ਗ੍ਰਾਹਕ ਕੋਲੋਂ ਪੈਸੇ ਲੈ ਲਏ 10 ਦੇ ਤਾਂ ਸੀਪੀ ਤੇ ਐਸਪੀ ਦਾ ਰੇਸ਼ੋ ਕੀ ਬਣ ਕੇ ਆਵੇਗਾ 9:10। ਦੁਕਾਨਦਾਰ ਦੀ ਦੁਕਾਨਦਾਰ ਦੇ ਤਾਂ ਪੈਸੇ ਲੱਗੇ 9 ਗ੍ਰਾਮ ਦੇ ਬਟ ਉਹਨੇ ਗ੍ਰਾਹਕ ਤੋਂ ਪੈਸੇ ਲੈ ਲਏ 10 ਗ੍ਰਾਮ ਦੇ ਘਟ ਵਜਨ ਤੋਲਣ ਕਰਕੇ। ठीक है ਹੁਣ ਆਪਣਾ ਟੋਟਲ ਸੀਪੀ ਕਿੰਨਾ ਬਣ ਗਿਆ 9 5 45 ਤੇ 10 6 60। ਐਕਚੁਅਲ ਦੇ ਵਿੱਚ ਕਿੰਨੇ ਦਾ ਪ੍ਰੋਫਿਟ ਹੋਇਆ 15 ਦਾ ਪ੍ਰੋਫਿਟ ਹੁੰਦਾ ਕਿਤੇ ਹੈ ਸੀਪੀ ਤੇ ਸੀਪੀ ਕਿੰਨਾ ਹੈ 45 15 एकम 15 15 तिया 45 ਤੇ 1/3 ਨੂੰ ਆਪਣਾ ਪੂਰਾ ਸਮਾਜ ਕੀ ਕਹਿੰਦਾ ਹੈ 33 ਸਹੀ 1/3%। ਸਿੰਪਲ ਕੁਐਸਚਨ ਸੀ। ਹੁਣ ਦੇਖੋ ਜੀ ਆ ਹੈ ਆਪਣਾ ਅੱਜ ਦਾ 5 ਸਟਾਰ ਕੁਐਸਚਨ। 5 ਸਟਾਰ ਕੁਐਸਚਨ ਤੁਸੀਂ ਇਸ ਕੁਐਸਚਨ ਨੂੰ ਬੜੇ ਪਿਆਰ ਨਾਲ ਅਤੇ ਬੜੇ ਸਲੀਕੇ ਦੇ ਨਾਲ ਸਮਝਿਓ। ਕੀ ਕਹਿੰਦਾ ਹੈ ਰਾਕੇਸ਼ ਇੱਕ ਫਲ ਵਿਕਰੇਤਾ ਹੈ ਉਹ ਇੱਕ ਗਾਹਕ ਨੂੰ 1 ਕਿਲੋ ਅਮਰੂਦ 20% ਘਾਟੇ ਤੇ ਅਤੇ 1 ਕਿਲੋ ਆਮ 40% ਵਾਧੇ ਤੇ ਵੇਚਦਾ ਹੈ ਅਤੇ ਓਵਰਆਲ ਉਹਨੂੰ 44 ਰੁਪਏ ਦਾ ਲਾਭ ਕਮਾਉਂਦਾ ਹੈ। देखो की कहता है ਆਪਾਂ ਅਮਰੂਦ ਨੂੰ ਆਪਾਂ A ਮੰਨ ਲੈਂਦੇ ਆ ਅਤੇ ਆਮ ਨੂੰ ਆਪਾਂ AM ਮੰਨ ਲੈਂਦੇ ਆ। ਤਾਂ ਦੇਖੋ ਵੀ ਗ੍ਰਾਹਕ ਅਮਰੂਦ 1 ਕਿਲੋ ਅਮਰੂਦ ਵੇਚਦਾ ਹੈ 20% ਘਾਟੇ ਤੇ 20% ਘਾਟਾ ਯਾਨੀ ਕਿ ਮਾਈਨਸ ਦਾ ਹੋਵੇਗਾ ਤਾਂ ਅਮਰੂਦ ਤੇ ਹੋਵੇਗਾ ਉਹਨੂੰ 20% ਦਾ ਘਾਟਾ। 1 ਕਿਲੋ ਆਮ ਤੇ ਹੋਵੇਗਾ ਉਹਨੂੰ ਅੰਬ ਤੇ ਕਿੰਨਾ ਹੋਵੇਗਾ 40% ਦਾ ਵਾਧਾ ਹੈ ਤਾਂ ਆਪਾਂ ਪਲੱਸ ਲਾਵਾਂਗੇ ਘਾਟਾ ਤਾਂ ਆਪਾਂ ਮਾਈਨਸ ਲਾਵਾਂਗੇ ਅਤੇ ਅਜਿਹਾ ਕਰਨ ਤੋਂ ਬਾਅਦ ਓਵਰਆਲ ਉਹਨੂੰ ਪ੍ਰੋਫਿਟ ਕਿੰਨਾ ਦਾ ਹੋਏਗਾ 44 ਰੁਪਏ ਦਾ। ਸੇਮ ਰਾਕੇਸ਼ ਕੀ ਕਰਦਾ ਹੈ ਦੂਜੇ ਗ੍ਰਾਹਕ ਨਾਲ ਹੁਣ ਕਰਦਾ ਹੈ। ਹੁਣ ਦੂਜੇ ਗ੍ਰਾਹਕ ਨਾਲ ਕੀ ਗੱਲ ਕਰਦਾ ਉਹ ਕਹਿੰਦਾ ਹੈ ਲੈ ਮਿੱਤਰ ਤੂੰ ਮੇਰਾ ਸਗਾ ਹੈ ਤੂੰ ਕੀ ਕਰ 1 ਕਿਲੋ ਅਮਰੂਦ ਲੈ ਲੈ 20% ਲਾਭ ਤੇ ਅਤੇ 1 ਕਿਲੋ ਅੰਬ ਲੈ ਲੈ ਅੰਬ ਵੀ ਕਿੰਨੇ ਤੇ ਵੇਚਦਾ ਉਹ 20% ਤੇ ਅਮਰੂਦ ਵੀ ਵੇਚਦਾ ਹੈ 20% ਤੇ ਅਮਰੂਦ 20% ਲਾਭ ਤੇ ਅੰਬ ਵੀ ਕਿੰਨਾ ਕਰਦਾ ਉਹ 20% ਲਾਭ ਤੇ ਓਵਰਆਲ ਉਹਨੂੰ ਕਿੰਨੇ ਦਾ ਪ੍ਰੋਫਿਟ ਹੋਵੇਗਾ 40 ਰੁਪਏ ਦਾ। ਠੀਕ ਹੈ ਜੀ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ। ਹੁਣ ਇਹ ਦੋ ਗ੍ਰਾਹਕਾਂ ਦੀ ਗੱਲ ਹੋ ਗਈ। ਹੁਣ ਆਪਾਂ बड़े आराम दे नाल बड़े सलीके दे नाल इस क्वेश्चन नू देखांगे। आ प्लस माइनस दा 20% आ प्लस दा 20% आ प्लस माइनस जैसी आराम हो गया। आ की हो जाएगा ये हो गया अमरूद दा 60% सॉरी अंब दा अंब दा 60% बराबर आ कितना हो जाएगा 40 ते 44 कितना हो गया 84 क्वेश्चन दे विच की क्या उन्हें 3 किलो अमरूद ते 5 किलो आम दा 40% लाभ कढना 40% लाभ कढना। देखो ये है अंब दा 60% जेकर आपां अंब दा 20% कढांगे कि तुसी 20% नहीं कढ सकदे तुसी कहो सर कढ सकदे हां किवें करांगे तुसी 3 नाल डिवाइड कर दिओ जेकर इनू 3 नाल डिवाइड कीता तां इनू भी 3 नाल डिवाइड कर दिओ तां कितना हो जाएगा 28 ਤਾਂ ਅੰਬ ਦਾ 20% ਕਿੰਨਾ ਹੋ ਗਿਆ 28 ਤੇ ਮੈਨੂੰ ਇਹ ਦੱਸੋ ਵੀ 1 ਕਿਲੋ ਅੰਬ ਦਾ 40% ਕਿੰਨਾ ਹੋ ਜਾਏਗਾ 40% ਕਿੰਨਾ ਹੋ ਜਾਏਗਾ 20% 28 है तो 40% 56 हो जाएगा। ये हो गया 1 किलो अंब का 40% हो गया 56। ठीक है जी। हुण आपां
अमरूद भी कढ़ना है तो मैंने ये दसो 1 किलो अंब दा 20% है 28। तो देखो 1 किलो अमरूद दा 20% है 28। तो मैनू ये दसो 1 किलो अमरूद दा 20% कितना बन जाएगा। तुसी कहोगे आ 28 उधर जाके माइनस हो जाएगा तो 40 दे विचों 28 गए कितना रह गया 12। तो 1 किलो अमरूद दा 20% 12 है तो 1 किलो अमरूद दा 40% कितना होगा तो ये होगा 24। हुण आपां क्वेश्चन आपां नूं पुछया की है 3 किलो अमरूद है 40% कढ़ना सी, ए 40% हो गया, ए भी 40% हो गया। हुण 3 किलो अमरूद कढ़ने 1 किलो अमरूद दा 40% 24 तो 3 किलो अमरूद दे तो आपां की करांगे 3 नाल मल्टीप्लाई तो 24 दिया 72 प्लस 5 किलो अंब है तो ए 1 किलो है तो 5 किलो करने हैं तो आपां की करांगे 5 गुणा 56 ये कितना हो जाएगा 72 प्लस 233 280 प्लस करांगे तो 280 दे विच 72 प्लस करांगे तो कितना हो जाएगा 280 अते 300 350 352 तो कितना हो जाएगा 352 रुपए। यानी कि 3 किलो अमरूद अते 5 किलो अंब जेकर 40% लाभ ते बेचदा है तो उन्होंने ओवरऑल किन्ने दा लाभ होएगा 352 रुपए का। ठीक है राजे, ये तो है अपना इस क्वेश्चन नु करन दा बेसिक मेथड पूरे सलीके दे नाल। हुण आपां फिर इत्थे अपना जेआर जादू लावांगे। लाओ जेआर जादू। जादू की कहंदा है देखो सेम गल है, सेम गल की सी अमरूद दा 20% प्लस अंब दा 40% 44 है ते अमरूद दा 20% लाभ अंब दा 20% लाभ ओवरऑल 40 रुपीस। हुण देखो हुण आपां जेड़ी चीज अपने कोल फालतू है वो आपां कट दांगे। सर किवें कटांगे देखो इत्थे की कीता उन्हें -20 तो +20 आउण दे लई उन्हें की कीता है +40 कीता है ना। तुसीं कहोगे सर हाँ सर किवें 40 किवें कीता है तो ये देखो पहला -20 तो 0 तक आया तो 20 ओ कीता फिर 0 तो 20 तक आया था फिर 20 कीता तो टोटल वो कितना वध गया 40 अंक वध गया। जेकर ए 40 वध्या तो ए कितना कट्या 20 कट्या ए 40 वध्या ए 20 कट्या तो मेरे को वैल्यू की हुई सी 4 कम हुई सी। ठीक है हुण मैं की करांगा इस अम नू 0 कर देना। अम नू 0 किवें करांगा सर इनू एक बारी होर 20 कटा दियो, एक बारी होर 20 कटा देंगे तो आ 0 हो जाएगा। जेकर इनू 20 कटावांगे तो इनू की करना पैना है तुसीं कहो सर इनू तो 40 ऐड करना पैना है तो आपां की करांगे अमरूद दा विच 40 ऐड करांगे तो कितना हो जाएगा अमरूद दा 60% बराबर इत्थे की ना करना है 4 माइनस करना है तो ये कितना हो जाएगा 36। अमरूद दा 60% 36 है तो अमरूद दा 20% कितना हो जाएगा तुसीं कहोगे 3 नाल डिवाइड कर दियो, इधर भी 3 नाल डिवाइड कर दियो तो ये कितना हो जाएगा 12 या 36। अमरूद दा 20% कितना हो गया 12। ठीक है यही सीगा इत्थे देखो अमरूद दा 20% कितना सी अपने कोल 12। हुण देखो अमरूद दा 20% 12 आया है तो इत्थे आपां अमरूद दे 20% दी वैल्यू रखांगे 12 तो मेरे को बचेगा कि अंब दा 20% अंब दा 20% किवें कढांगे आ 12 उधर जाके माइनस हो जाएगा तो 40 दे विचों 12 गए तो कितना रह गया 28। ठीक है जी आ 20% दी वैल्यू है जेकर आप इत्थे 40% दी वैल्यू करांगे तो कितनी हो जाएगी 24। इत्थे जेकर आप 40% दी वैल्यू करांगे तो कितनी हो जाएगी 56। हुण आ 1 किलो दी गल है अपने को पूछा कि अमरूद किन्ने किलो लेने आपां 3 किलो तो इनू 3 नाल मल्टीप्लाई अंब लेने 5 किलो तो इनू 5 नाल मल्टीप्लाई दोवां नू ऐड करांगे
तो अपना आंसर बन के आएगा 352 रुपए। ठीक है फिर अगला क्वेश्चन की कहता है एक वस्तु का अंकित मूल्य ऐसा है कि 20% लाभ मिलता है। हम देखो भी यानी कि एक दुकानदार ने एक वस्तु का मार्केट प्राइस इस तरह निर्धारित किया है कि उन्होंने 20% लाभ मिले। इहदा मतलब की होया जेकर आप सीपीए ते एमपी का रेशो कढ़िए 20% का मतलब की होगा 1/5 या 2/10 यानी कि जेकर कोई चीज 10 दी है तो उन्हें उनके उत्ते 12 रुपए मुल लिखा होगा यानी कि 2 रुपए वधा के मुल लिखा होगा यानी कि 10 वाली चीज के उत्ते उन्हें 12 रुपए अपने पेन दे नाल लिखता तो इस दे नाल उन्होंने देखो 20% का लाभ हो जाएगा। ठीक है जी बट ये कुछ डिस्काउंट देता है कुछ डिस्काउंट देने तो बाद उनका लाभ कितना रह जाता है कुछ डिस्काउंट देने तो बाद उनका लाभ 10% रह जाता है। उन्होंने की किया एमपी ते कुछ डिस्काउंट किया। ठीक है डिस्काउंट तो हमेशा अंकित मूल्य ते होता है जो तो उन्हें डिस्काउंट किया तो हुण 10% की वैल्यू कितनी होती है 1/10। हुण उनका जिहड़ा प्रॉफिट है वो 10 वाली चीज किन्ने दी बेचूगा वो 11 दी। ठीक है ताई उन्होंने 10% का डिस्काउंट मिलेगा। हुण ये दसो भी 10 वाली चीज 11 च बेची पहला उन्हें 10 वाली चीज ते कितना अंकित मुल किया सी 12। हुण उन्हें पूछा अपन वो डिस्काउंट किन्नी सी छूट किन्नी सी तो छूट हमेशा दिंदे आपां एमपी ते 12 वाली चीज 11 च बेची है तो किन्ने दी छूट है होगी। हुण देखो छूट होगी 1 दी छूट होगी काते है मार्क प्राइस ते 12 ते तो 1/12 हुण 1/12 आपां नूं पता है सारियां नूं 8 से 1/3% होता है नहीं तो जे परसेंट लावांगे तो इनटू दे विच 100 करो परसेंट दा साइन लाओ अपने को जिहड़ा रिजल्ट बन के आवेगा वो कितना आवेगा 8 से 1/3%। ठीक है ये कंपनी अच्छा ये नवा क्वेश्चन आ गया ये क्वेश्चन अगली स्लाइड ते है इथे रीटाइप हो गया। नेक्स्ट क्वेश्चन की कहंदा है देखो एक कंपनी हेठ लिखियां लगातार छूट दिंदा है तो ग्राहक ਲਈ सब तो वधिया योजना ਕਿਹੜੀ है। ਹੁਣ ਰਾਜੇ ਤੁਸੀਂ ਇਸ क्वेश्चन ਨੂੰ ਕਰਨ ਤੋਂ ਪਹਿਲਾਂ ਕੁਝ ਟਿਪਸ ਲਿਖੋ। ਟਿਪਸ ਕੀ ਲਿਖਣੀਆਂ ਹਨ ਜਦੋਂ ਵੀ ਤੁਹਾਨੂੰ क्वेश्चन ਦੇ ਵਿੱਚ ਪੁੱਛੇ ਵੀ ਸ਼ੌਪਕੀਪਰ ਲਈ ਵਧੀਆ ਕਿਹੜੀ ਹੈ ਸ਼ੌਪਕੀਪਰ ਲਈ यानी कि दुकानदार ਲਈ ਵਧੀਆ डिस्काउंट ਕਿਹੜੀ है। एक तो क्वेश्चन हुंदा है ये एक क्वेश्चन हुंदा है ग्राहक ਲਈ कस्टमर ਲਈ ਵਧੀਆ ਕਿਹੜੀ डिस्काउंट रहेगी। तो हमेशा याद रखियो कस्टमर हमेशा चाहेगा भी मैनू की मिले वध तो वध छूट मिले मैनू वध तो वध डिस्काउंट मिले वध तो वध डिस्काउंट मिले वो तो कस्टमर दे लिए वधिया होवेगी। अते दुकानदार की चाहेगा कि घट तो घट छूट दी जावे वो दुकानदार दे लिए वधिया होवेगी। ठीक है हुण एक गल सानू समझ आ गई जेको जेकर मैं तुहानू एक गल कहां भी एक 10% की छूट है ते एक 20% की छूट है। ठीक है दो लगातार छूट दी है सक्सेसिव छूट है एक बंदे ने एक 10% की छूट दी है एक 20% की छूट दी है एक दुकानदार ने एक 5% की छूट दी है ਅਤੇ एक 25% की छूट दी है। तो मैनू ये दसो भी दोवां दे विचों दुकानदार ਲਈ ਕਿਹੜੀ ਵਧੀਆ ਹੈ ਤੇ ਗਾਹਕ ਲਈ ਕਿਹੜੀ ਵਧੀਆ ਹੈ। ਤਾਂ ਜੇਕਰ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਤੁਸੀਂ ਕਹੋਗੇ 10 ਤੇ 20 30 30 ਦੇ ਵਿੱਚੋਂ 2 ਮਾਈਨਸ ਕੀਤਾ ਤਾਂ ਕਿੰਨਾ ਆ ਗਿਆ 28। ਤਾਂ ਇੱਥੇ ਉਹਨਾਂ ਨੂੰ ਓਵਰਆਲ ਜਿਹੜੀ ਡਿਸਕਾਊਂਟ ਮਿਲੇਗੀ ਉਹ 28 ਮਿਲੇਗੀ। दूजी 25 ते 5 30
ਤੇ 25 ਪੰਜਾ 125 ਯਾਨੀ ਕਿ 1.25, 30 ਦੇ ਵਿੱਚੋਂ 1.25 ਗਿਆ ਤਾਂ ਇੱਥੇ ਡਿਸਕਾਊਂਟ ਮਿਲੇਗੀ 28.75। ਹੁਣ ਮੈਨੂੰ ਤੁਸੀਂ ਆਪ ਦਿਮਾਗ ਲਾ ਕੇ ਦੱਸੋ ਸਰ ਇਹ ਡਿਸਕਾਊਂਟ ਕੱਢੀ ਕਿਵੇਂ? ਤਾਂ ਆਪਾਂ ਨੂੰ ਇਹ ਯਾਦ ਹੁੰਦਾ ਰਾਜੇ ਸਕਸੈਸਿਵ ਡਿਸਕਾਊਂਟ ਆਪਾਂ ਕਿਵੇਂ ਕਰਦੇ ਹਾਂ, a plus b minus ab upon 100। ਇਸ ਤਰੀਕੇ ਨਾਲ ਆਪਾਂ ਸਕਸੈਸਿਵ ਕੱਢਦੇ ਹਾਂ। ਤਾਂ ਦੇਖੋ 10 ਤੇ 20 ਦੀ ਅਗਰ ਦੋ ਲਗਾਤਾਰ ਡਿਸਕਾਊਂਟ ਦੇਵੇ ਤਾਂ ਉਹਨੂੰ ਓਵਰਆਲ ਕਿੰਨੇ ਡਿਸਕਾਊਂਟ ਬਣਦੀ ਹੈ 28% ਦੀ। 5% ਅਤੇ 25% ਦੀ ਦੋ ਲਗਾਤਾਰ ਜੇਕਰ ਡਿਸਕਾਊਂਟ ਦੇਵੇ ਤਾਂ ਡਿਸਕਾਊਂਟ ਕਿੰਨੀ ਬਣੇਗੀ 28.75 ਦੀ। ਹੁਣ ਦੇਖੋ ਕਸਟਮਰ ਦੇ ਲਈ ਕਿਹੜੀ ਵਧੀਆ ਹੈ? ਕਸਟਮਰ ਦੇ ਲਈ ਉਹ ਡਿਸਕਾਊਂਟ ਵਧੀਆ ਹੋਵੇਗੀ ਜਿਸ ਦੇ ਵਿੱਚ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਮਿਲਿਆ। ਤਾਂ ਤੁਸੀਂ ਕਹੋਗੇ ਵੱਧ ਤੋਂ ਵੱਧ ਡਿਸਕਾਊਂਟ ਤਾਂ ਇਸ ਦੇ ਵਿੱਚ ਮਿਲਿਆ, ਤਾਂ ਇਹ ਜਿਹੜੀ ਡਿਸਕਾਊਂਟ ਹੈ ਇਹ ਤਾਂ ਕਸਟਮਰ ਦੇ ਲਈ ਵਧੀਆ, ਅਤੇ ਆ ਜਿਹੜੀ ਡਿਸਕਾਊਂਟ ਹੈ ਆ ਹੈ ਦੁਕਾਨਦਾਰ ਦੇ ਲਈ ਵਧੀਆ। ਹੁਣ ਇਹ ਗੱਲ ਰਾਜੇ ਤੁਹਾਨੂੰ ਸਮਝ ਆ ਗਈ? ਜੇਕਰ ਇਹ ਗੱਲ ਸਮਝ ਆ ਗਈ ਤਾਂ ਇੱਥੋਂ ਇੱਕ ਟ੍ਰਿਕ ਬਣ ਕੇ ਆ ਗਈ ਕਿ ਜੇਕਰ ਆਪਾਂ ਨੂੰ ਕੁਐਸਚਨ ਦੇ ਵਿੱਚ ਇਸ ਤਰ੍ਹਾਂ ਡਿਸਕਾਊਂਟ ਦਿੱਤੀਆਂ ਹੋਣ ਅਤੇ ਉਹਨਾਂ ਦਾ ਜੋੜ ਜੇਕਰ ਸੇਮ ਬਣੇ 10 ਤੇ 20 30, 5 ਤੇ 25 30, ਜੋੜ ਸੇਮ ਬਣਦਾ ਹੈ ਤਾਂ ਜਿਸ ਦਾ ਡਿਫਰੈਂਸ ਜ਼ਿਆਦਾ ਹੋਵੇਗਾ, ਜਿਸ ਦਾ ਡਿਫਰੈਂਸ ਇੱਥੇ ਲਿਖ ਲਓ ਤੁਸੀਂ, ਜਿਸ ਵੈਲਿਊ ਦਾ ਡਿਫਰੈਂਸ ਜ਼ਿਆਦਾ ਹੋਵੇਗਾ ਉਹ ਡਿਸਕਾਊਂਟ ਜ਼ਿਆਦਾ ਹੋਵੇਗੀ, ਅਤੇ ਜਿਸ ਵੈਲਿਊ ਦਾ ਡਿਫਰੈਂਸ ਘੱਟ ਹੋਵੇਗਾ ਉਹ ਡਿਸਕਾਊਂਟ ਵੀ ਘੱਟ ਹੋਵੇਗੀ। ਤਾਂ ਤੁਸੀਂ ਹੁਣ ਇਹ ਦੇਖਣਾ ਹੈ ਕਸਟਮਰ ਦੇ ਲਈ ਵੱਧ ਡਿਸਕਾਊਂਟ ਚਾਹੀਦੀ ਹੈ ਤਾਂ ਜਿੰਦੇ ਉੱਤੇ ਡਿਫਰੈਂਸ ਜਦ ਜ਼ਿਆਦਾ ਹੋਵੇਗਾ, ਇਹਨਾਂ ਦਾ ਡਿਫਰੈਂਸ ਕਿੰਨਾ ਹੈ 20, ਇਹਨਾਂ ਦਾ ਡਿਫਰੈਂਸ ਕਿੰਨਾ ਹੈ 10, ਡਿਫਰੈਂਸ ਜ਼ਿਆਦਾ ਕਾਹਦਾ ਹੈ 5 ਤੇ 25 ਦਾ, ਤਾਂ ਕਸਟਮਰ ਦੇ ਲਈ ਆ ਡਿਸਕਾਊਂਟ ਵਧੀਆ ਹੋਵੇਗੀ 5% ਅਤੇ 25%। ਡਿਫਰੈਂਸ ਕਮ ਕਿੰਦਾ ਹੈ ਇਹਦਾ, ਤਾਂ ਦੁਕਾਨਦਾਰ ਲਈ ਆ ਸਹੀ ਹੋਵੇਗੀ 10% ਅਤੇ 20%। ਠੀਕ ਹੈ ਰਾਜੇ, ਇਹ ਗੱਲ ਸਮਝ ਆ ਗਈ? ਜੇਕਰ ਇਹ ਗੱਲ ਸਮਝ ਆ ਗਈ ਤਾਂ ਮੈਨੂੰ ਉਮੀਦ ਹੈ ਵੀ ਹੁਣ ਤੁਸੀਂ ਸਾਰੇ ਕੁਐਸਚਨ ਟੈਕਲ ਕਰ ਲਓਗੇ। ਹੁਣ ਤੁਸੀਂ ਆ ਆਪਣੀ ਕਾਪੀ ਤੇ ਨੋਟ ਕਰ ਲਓ ਵੀ ਜਦੋਂ ਵੀ ਅਜਿਹਾ ਕੁਐਸਚਨ ਆਵੇ, ਜੇਕਰ ਉਹ ਪੁੱਛੇ ਵੀ ਕਸਟਮਰ ਦੇ ਲਈ ਕਿਹੜੀ ਵਧੀਆ ਹੈ, ਕਸਟਮਰ ਦੇ ਲਈ ਕਿਹੜੀ ਵਧੀਆ ਹੋਵੇਗੀ, ਤਾਂ ਜਿੰਦਾ ਡਿਫਰੈਂਸ ਜ਼ਿਆਦਾ ਹੋਵੇਗਾ। ਜੇਕਰ ਪੁੱਛੇ ਸ਼ੌਪਕੀਪਰ ਲਈ, ਦੁਕਾਨਦਾਰ ਲਈ ਕਿਹੜੀ ਡਿਸਕਾਊਂਟ ਵਧੀਆ ਹੈ, ਤਾਂ ਜਿੰਦਾ ਡਿਫਰੈਂਸ ਸਭ ਤੋਂ ਘੱਟ ਹੋਵੇਗਾ। ਕੰਡੀਸ਼ਨ ਕੀ ਹੈ ਵੀ ਉਨੀ ਸਾਰੀ ਵੈਲਿਊਆਂ ਦਾ ਜਿਹੜਾ ਜੋੜ ਹੈ ਉਹ ਕੀ ਹੋਣਾ ਚਾਹੀਦਾ ਹੈ, ਸੇਮ ਹੋਣਾ ਚਾਹੀਦਾ ਹੈ। ਠੀਕ ਹੈ, ਇੱਕ ਗੱਲ ਤੁਸੀਂ ਇੱਥੇ ਇਹ ਵੀ ਨੋਟ ਕਰ ਲਓ, ਜੇਕਰ SP ਜ਼ਿਆਦਾ ਹੈ ਤਾਂ ਡਿਸਕਾਊਂਟ ਘੱਟ ਹੋਵੇਗੀ, ਜੇਕਰ SP ਘੱਟ ਹੋਵੇਗਾ ਤਾਂ ਡਿਸਕਾਊਂਟ ਜ਼ਿਆਦਾ ਮਿਲੇਗੀ। ਠੀਕ ਹੈ, यानी कि वैल्यू ਦਾ ਜਿਹੜਾ ਜੇਕਰ ਵਿਕਰੀ ਮੁੱਲ ਜ਼ਿਆਦਾ ਹੋਵੇਗਾ ਤਾਂ ਡਿਸਕਾਊਂਟ ਘੱਟ ਮਿਲੀ ਹੋਵੇਗੀ, ਓਬਵੀਅਸ ਹੈ। ਜੇਕਰ ਵਿਕਰੀ ਮੁੱਲ ਘੱਟ ਹੈ ਤਾਂ ਯਾਨੀ ਕਿ ਆਪਾਂ ਨੂੰ ਡਿਸਕਾਊਂਟ ਜ਼ਿਆਦਾ ਮਿਲਿਆ ਹੋਵੇਗਾ। ਠੀਕ ਹੈ, ਹੁਣ ਆਪਾਂ ਕੁਐਸਚਨ ਕੀ ਕਹਿੰਦਾ ਉਹ ਤੇ ਵਾਰ ਕਰਦੇ ਹਾਂ। ਉਹਨੇ ਕੀ ਪੁੱਛਿਆ, ਕੁਐਸਚਨ ਨੂੰ ਰਾਜੇ ਬੜੇ ਧਿਆਨ ਨਾਲ ਪੜਿਓ, ਬੜੇ ਸਲੀਕੇ ਦੇ ਨਾਲ ਪੜਿਓ। ਇੱਥੇ ਐਗਜ਼ਾਮੀਨਰ ਆਪਣੇ ਨਾਲ ਹੇਰ ਫੇਰ ਕਰ ਦਿੰਦਾ ਹੈ। ਗਾਹਕ ਲਈ ਸਭ ਤੋਂ ਵਧੀਆ, ਪਹਿਲਾਂ ਤੇ ਦੱਸੋ 25 ਤੇ 5 30, 20 10 30, 22 ਤੇ 8 30। ਤਾਂ ਹੁਣ ਗਾਹਕ ਲਈ ਦੱਸਣਾ ਆਪਾਂ, ਤਾਂ 25 5 ਡਿਫਰੈਂਸ ਕਿੰਨੇ ਦਾ ਆਇਆ 20 ਦਾ, 10 20 ਡਿਫਰੈਂਸ ਕਿੰਨੇ ਦਾ ਆਇਆ 10 ਦਾ, 22 ਤੇ 8 डिफरेंस किन्ने दा आया, तुसी कहोगे डिफरेंस आया 22 ते 8 दा डिफरेंस आया 14 दा। ठीक है, ਤਾਂ ਗਾਹਕ ਲਈ ਸਭ ਤੋਂ ਵਧੀਆ, ਗਾਹਕ ਲਈ ਸਭ ਤੋਂ ਵਧੀਆ ਹੋਵੇਗੀ ਜਿੰਦਾ ਡਿਫਰੈਂਸ ਜ਼ਿਆਦਾ ਹੋਵੇਗਾ। ਗਾਹਕ ਲਈ ਸਭ ਤੋਂ ਵਧੀਆ ਹੋਵੇਗੀ ਜਿੰਦਾ ਡਿਫਰੈਂਸ ਜ਼ਿਆਦਾ ਆ ਰਹੀ, ਆਪਸ਼ਨ ਨੰਬਰ A। ਠੀਕ ਹੈ, ਤੇ ਆਪਸ਼ਨ ਕਿਹੜੀ ਹੋਵੇਗੀ ਇਹਦੇ ਚ C। ਦੇਖੋ ਆ ਵੀ ਇੱਕ ਐਗਜ਼ਾਮੀਨਰ ਸਾਡੇ ਨਾਲ ਖੇਲ ਗਿਆ ਇੱਥੇ। ਕਿਵੇਂ ਆਪਾਂ ਦੇਖਿਆ ਪਹਿਲਾ ਆਪਸ਼ਨ
ਤੇ ਬੱਚਾ ਕੀ ਕਰੇਗਾ ਪਹਿਲਾ अच्छा ए नहीं ਲਾਉਣਾ। देखो आ अपने को आंसर दी ऑप्शन दी सी भी पहली दूजी या तीजी, तो ऑप्शन की सी सारी गुड है नहीं, सारी तो गुड नहीं। दूजी ऑप्शन है भी गाहक ਲਈ दूजी सही है नहीं, दूजी सही है नहीं। तीजी ऑप्शन है भी गाहक ਲਈ पहली सही है, जी हाँ गाहक ਲਈ पहली ऑप्शन सही है, तो ऑप्शन आएगा अपना सी। आई होप राजे ये कॉन्सेप्ट ਤੁਹਾਨੂੰ ਹੁਣ बड़ी ਵਧੀਆ तरह ਨਾਲ समझ आया होगा। नेक्स्ट क्वेश्चन फिर ਤੁਹਾਡੀ ਸਕਰੀਨ ਤੇ ਕੀ ਕਹਿੰਦਾ ਹੈ, दुकानदार कमीजा ते योजना दिंदा है 2 खरीदो 1 मुफ्त। एक कमीज की लागत 300 है, 30% लाभ लेने लई एक कमीज का विक्री मूल्य कितना होना चाहिए है। तो देखो ये अपना फिर 2 स्टार क्वेश्चन, 2 स्टार क्वेश्चन किवें है, देखो उन्हें की क्या है, 2 खरीदो अते 1 मुफ्त पाओ, बाय 2 गेट 1 फ्री। ठीक है जी। हुण कई बार तो डायरेक्ट एग्जामिनर की करता है, ये पूछ लेंदा है भी उन्होंने किन्ने परसेंट का डिस्काउंट मिलिया, सीधा यही क्वेश्चन पूछ लेंदा है। बहुते एग्जाम दे विच एग्जामिनर की कहंदा है 2 खरीदो अते 1 मुफ्त पाओ, तां मैनूं ये दसो भी दुकानदार ने किन्ने परसेंट का डिस्काउंट दिता। तां आपां की करदे हां, देखो भी किन्नी फ्री मिली है 1, तो डिस्काउंट तो 1 दा मिलिया है, पर दुकानदार की दुकान तो किन्नी समान गया, तुसीं कहोगे 1 दा डिस्काउंट मिलिया है, पर दुकान दे विचों टोटल 3 शर्टां चलियां गईयां, तो 1 दा डिस्काउंट मिलिया सी, पर दुकानदार तां 3 शर्टां बेच गया, तो 1 दा डिस्काउंट 3 ते परसेंट लावांगे, तां की करांगे इंटू दे विच 100, तो 1/3 कितना हुंदा 33 से 1/3%। जेकर एग्जामिनर अपने को यही पूछदा, बहुते क्वेश्चनां दे विच सिर्फ आई गल पूछदा है, तो अपना आंसर होना सी 33 से 1/3%। बट हुण एग्जामिनर एक स्टेप अगे चला गया, हुण अपने को एग्जामिनर ने थोड़ी जी अगे गल वधा के पूछी है, वो है 2 खरीदो 1 मुफ्त, एक कमीज की लागत है 300। ठीक है, कोई गल है नहीं गी, 30% का लाभ लैण लई एक कमीज का विक्री मूल्य कितना होना चाहिए है। तो ये दसो, पहला आप सीपी ते एसपी की गल करिए, तो मैनू ये दसो जेकर एक कमीज का सीपी 300 है, बड़े प्यार नाल इस क्वेश्चन नू सीखियो, एक कमीज की कीमत 300 है, 30% का लाभ लेना है, तो देखो 300 का 10% हुंदा है 30, 20% हो गया 60, 30% हो गया 90, यानी कि 300 वाली कमीज दे विच 90 का प्रॉफिट होएगा, तो किन्ने दी बेचेगा वो 390 दी। ठीक है, तुसीं कहोगे सर बहुत वधिया सानू समझ आ गई। जेकर वो एक शर्ट है 300 दी खरीदेगा 390 दी बेचेगा, उन्हें दुकान दे विचों किन्नियां शर्टां बेचतियां, 3 शर्टां। ठीक है, तो उनका टोटल विक्री मूल्य बनना कितना सी, तुसीं कहोगे 3 शर्टां दा इन्ना विक्री मूल्य बनना सी, यानी कि एक्चुअल दे विच उन्हें 3 शर्टां 390 गुणा 3 इन्ने दे विच बेचणियां सी। ठीक है, बट उन्हें पैसे किन्ने दे लए है, उन्हें ग्राहक नूं कहा भी मैं पैसे 2 दे लए है, तो 3 दे पैसे इन्ने बनने सी, बट उन्हें पैसे 2 दे लए है, तो 2 दे हिस्से किन्ने बनने से पैसे, तुसीं कहोगे 2 दे हिस्से इन्ना होना सी। हुण काटा पिट्टी करोगे तो कितना हो जाएगा, 19 दूना 38, 5 दूनी 10, ते आ कितना हो जाएगा 5 तिया 15, 1 9 तिया 27 ते 1 28, 2 3 ते 2 5, यानी कि एक शर्ट नूं किन्नी दी बेचेगा 585। ठीक है, तो हुण ओवरऑल किन्ने दा लाभ हो जाएगा, 30% का लाभ हो जाएगा। हुण इस क्वेश्चन दे विच बच्चा गलती कित्थे करेगा, तुहानू पता है बच्चा गलती कित्थे करेगा, बच्चा गलती करेगा सर एक कमीज की लागत है 300, तो वो कहेगा सर 3 कमीजा की लागत होगी 900। ठीक है, 30% का लाभ लेना है, तो 900 दे विच 30
ਦਾ ਲਾਭ ਕਰੇਗਾ ਤਾਂ ਕਿੰਨੇ ਦਾ ਲਾਭ ਹੋ ਜਾਏਗਾ 270 ਦਾ, ਤਾਂ ਕਿੰਨੇ ਦੀ ਵੇਚੇਗਾ 1170 ਦੀ। ਇੱਕ ਸ਼ਰਟ 1170 ਦੀ ਵੇਚੇਗਾ, ਉਹ ਸੌਰੀ 3 ਸ਼ਰਟਾਂ ਉਹਨੂੰ ਵੇਚਣੇ ਕਿੰਨੇ ਦੀ ਸੀ 1170 ਦੀ, ਤਾਂ ਉਹ ਕਹੇਗਾ ਵੀ ਇੱਕ ਕਮੀਜ਼ ਦਾ ਵਿਕਰੀ ਮੁੱਲ ਦੱਸਣਾ ਹੈ। ਤਾਂ ਹੁਣ ਬੱਚਾ ਇੱਥੇ ਗਲਤੀ ਕੀ ਕਰੇਗਾ 1170 ਦੀ ਵੇਚਣੀ ਸੀ ਤਿੰਨਾਂ, ਤਾਂ ਉਹ ਕਹੇਗਾ 1170 ਬਟਾ 3, ਆंसर ਕੱਢੇਗਾ 390, ਜਿਹੜਾ ਉਹ ਕੀ ਹੋਵੇਗਾ ਰੋਂਗ ਆंसर। ਹੁਣ ਇਹ ਤਾਂ ਆਪਣਾ ਲੱਕ ਸੀ ਵੀ ਇੱਥੇ 390 ਆਪਸ਼ਨ ਹੈ ਨਹੀਂਗੀ, ਨਹੀਂ ਤਾਂ ਬਹੁਤੇ ਬੱਚੇ ਦਾ 390 ਉੱਤਰ ਲਾ ਕੇ ਆਉਂਦੇ। ਤਾਂ ਫਿਰ ਕਿਵੇਂ ਕਰਨਾ ਸਰ, ਸਾਨੂੰ ਥੋੜਾ ਜਿਹਾ ਦੱਸੋ। ਕਈ ਬੱਚੇ ਹੋਣਗੇ ਗਰੀਬ ਮੇਰੀ ਤਰ੍ਹਾਂ, ਉਹਨਾਂ ਨੂੰ ਨਹੀਂ ਸਮਝਾਇਆ ਹੋਵੇਗਾ। ਇਹ ਗੱਲ ਤਾਂ ਸਮਝ ਆ ਗਈ ਨਾ ਤੁਹਾਨੂੰ ਵੀ 3 ਕਮੀਜ਼ਾਂ 900 ਦੀ ਖਰੀਦੀ ਸੀ, ਜੇਕਰ ਉਹਨੇ ਓਵਰਆਲ 30% ਦਾ ਲਾਭ ਲੈਣਾ ਹੈ ਤਾਂ 3 ਕਮੀਜ਼ਾਂ ਉਹ ਵੇਚੇਗਾ ਕਿੰਨੇ ਦੀ 1170 ਦੀ। ਠੀਕ ਹੈ, ਹੁਣ ਉਹਨੇ 1170 ਰੁਪਏ ਕਮਾਣੇ ਆ, ਭਾਵੇਂ ਉਹ ਕਿਵੇਂ ਵੀ ਕਮਾਵੇ। ਹੁਣ ਉਹ ਇੱਕ ਗੱਲ ਕਹਿੰਦਾ ਹੈ ਵੀ 2 ਖਰੀਦੋ 1 ਫਰੀ ਲੈ ਕੇ ਜਾਓ। ਉਹਨੇ 3 ਸ਼ਰਟਾਂ ਦੇ 1170 ਰੁਪਏ ਲੈਣੇ ਆ। ਠੀਕ ਹੈ, ਤਾਂ ਉਹਨੇ ਕੀ ਕਿਹਾ, ਦੁਕਾਨਦਾਰ ਦਿਮਾਗ ਲਾ ਗਿਆ। ਦੁਕਾਨਦਾਰ ਕਹਿੰਦਾ ਤੁਸੀਂ ਇੱਕ ਕੰਮ ਕਰੋ, ਤੁਸੀਂ ਮੇਰੇ ਕੋਲੋਂ 585 ਦੀ 1 ਸ਼ਰਟ ਲੈ ਜਾਓ ਤੇ 2 ਸ਼ਰਟਾਂ ਲੈ ਜਾਓ 1170 ਦੀ। 2 ਸ਼ਰਟਾਂ 1170 ਦੀ ਲੈ ਜਾਓ ਤੇ ਮੈਂ ਤੁਹਾਨੂੰ 1 ਸ਼ਰਟ ਫਰੀ ਦੇ ਦੇਵਾਂਗਾ। ਉਹ ਖੁਸ਼ ਹੋ ਗਿਆ, ਤਾਂ 1170 ਦੀ ਉਹਨੇ 2 ਸ਼ਰਟਾਂ ਵੇਚਤੀਆਂ, ਤਾਂ 1 ਸ਼ਰਟ ਕਿੰਨੇ ਦੀ ਵੇਚੀ ਹੋਵੇਗੀ 585 ਦੀ। ਉਹਦੀ ਦੁਕਾਨ ਤੋਂ 3 ਸ਼ਰਟਾਂ ਵੀ ਭਾਵੇਂ ਚਲੀਆਂ ਗਈਆਂ ਹੋਣ, ਪਰ ਫਿਰ ਵੀ ਉਹਨੇ ਲਾਭ ਕਿੰਨੇ ਦਾ ਕਮਾ ਲਿਆ 30% ਦਾ। ਅਗਲਾ ਕੁਐਸਚਨ, ਨੀਤੀਸ਼ ਸਮਾਨ ਨੂੰ ਲਾਗਤ ਮੁੱਲ ਤੋਂ 20% ਵੱਧ ਤੇ ਅੰਕਿਤ ਕਰਦਾ ਹੈ, ਪਰ ਨਗਦ ਭੁਗਤਾਨ ਲਈ 15% ਦੀ ਛੂਟ ਦਿੰਦਾ ਹੈ। ਤਾਂ ਦੇਖੋ ਸੀਪੀ, ਜੇਕਰ ਆਪਾਂ ਸੀਪੀ ਅਤੇ ਐਮਪੀ ਦਾ ਰੇਸ਼ੋ ਕੱਢੀਏ ਤਾਂ ਸੀਪੀ ਅਤੇ ਐਮਪੀ ਦਾ ਰੇਸ਼ੋ ਜੇਕਰ 100 ਵਾਲੀ ਚੀਜ਼ 20% ਵੱਧ ਅੰਕਿਤ करता है ਤਾਂ 120 अंकित करेगा। ठीक है, 15% ਅਤੇ ਨਗਦ ਭੁਗਤਾਨ ਤੇ 15% ਛੂਟ ਦਿੰਦਾ ਹੈ। ਜੇਕਰ ਕੋਈ ਬੰਦਾ ਇਸ ਵੈਲਿਊ ਨਾਲ ਕਹਿੰਦਾ ਵੀ ਨਗਦ ਪੈਸੇ ਦੇ ਦੇਵਾਂਗਾ ਤਾਂ 15% ਦੀ ਕੀ ਦਿੰਦਾ ਹੈ, ਉਹ ਡਿਸਕਾਊਂਟ ਦੇ ਦਿੰਦਾ ਹੈ। ਤਾਂ ਦੇਖੋ 120 ਦੀ 10% ਕਿੰਨਾ ਹੋ ਗਿਆ 12, 5% 6, ਤਾਂ 15% ਕਿੰਨਾ ਹੋ ਜਾਏਗਾ 12 ਤੇ 6 18। 18 ਦੀ ਜੇਕਰ ਉਹ ਡਿਸਕਾਊਂਟ ਦੇਵੇਗਾ ਤਾਂ ਵੇਚੇਗਾ ਕਿੰਨੇ ਦੀ 102 ਦੇ ਵਿੱਚ। ਠੀਕ ਹੈ, ਜੇਕਰ ਉਹ ਵਸਤੂ ਨੂੰ 1020 ਦੇ ਵਿੱਚ ਵੇਚਦਾ ਹੈ, 102 ਦੀ ਵੈਲਿਊ ਕਿੰਨੀ ਦਿੱਤੀ ਹੈ 1020, ਕਿੰਨੇ ਗੁਣਾ 10 ਗੁਣਾ, ਤਾਂ ਸੀਪੀ ਦੱਸਣਾ ਆਪਾਂ। ਆ ਲੋ ਸੀਪੀ ਵੀ 10 ਗੁਣਾ ਕਿੰਨਾ ਹੋ ਜਾਏਗਾ 1000। ਇਹ ਸਿੰਪਲ ਕੁਐਸਚਨ ਸੀ। ਇੱਕ ਦੁਕਾਨਦਾਰ ਵਸਤੂ ਦਾ ਮੁੱਲ 60% ਵਧਾ ਕੇ ਵੇਚਦਾ ਹੈ, ਉਸ ਨੂੰ 10 ਅਤੇ 15 ਦੀਆਂ 2 ਲਗਾਤਾਰ ਛੂਟ ਦਿੰਦਾ ਹੈ, x% ਦਾ ਲਾਭ ਹੁੰਦਾ ਹੈ, x ਦਾ ਮੁੱਲ ਬੇਰਾ ਕਰੋ। 60% ਵਧਾ ਕੇ ਅੰਕਿਤ ਕਰਦਾ ਹੈ। 60% ਵਧਾਉਣ ਦਾ ਮਤਲਬ ਕੀ ਹੋਇਆ, 100 ਵਾਲੀ ਚੀਜ਼ ਉਹਨੇ 60 ਵਧਾ ਕੇ ਵੇਚੀ ਹੈ, ਉਹ ਅੰਕਿਤ ਕੀਤੀ ਹੈ ਤਾਂ 160 ਅੰਕਿਤ ਕਰ ਲਿਆ। ਇਹ ਕੀ ਹੋ ਗਿਆ ਆਪਣੇ ਕੋਲ ਸੀਪੀ, ਇਹ ਕੀ ਹੋ ਗਿਆ ਐਮਪੀ। 10% ਅਤੇ 15% ਦੀਆਂ 2 ਲਗਾਤਾਰ ਛੋਟ ਦੇਤੀ ਉਹਨੇ। ਹੁਣ 10% ਅਤੇ 15% ਦੀ 2 ਲਗਾਤਾਰ ਛੋਟ ਦੇਤੀ, ਤਾਂ ਪਹਿਲਾ ਤਰੀਕਾ ਆਪਣੇ ਕੋਲ ਕੀ ਹੈ, ਪਹਿਲਾ ਤਰੀਕਾ ਇਹ ਹੈ ਵੀ ਐਮਪੀ 160 ਹੈ, ਉਹਦੇ ਉੱਤੇ ਉਹਨੇ ਪਹਿਲਾਂ 10% ਦੀ ਛੋਟ ਦਿੱਤੀ ਤਾਂ ਕਿੰਨੇ ਦੀ ਵੇਚੇਗਾ ਉਹ 9/10 ਦੀ। ਫਿਰ ਉਹਨੇ 15% ਦੀ ਛੂਟ ਦੇਤੀ, 5% ਹੁੰਦਾ ਹੈ 1/20, 15% ਹੋ ਗਿਆ 3/20 यानी कि 17/20। ਤਾਂ ਮੇਰੇ ਕੋਲ ਕੀ ਬਣ ਗਿਆ ਆ ਜ਼ੀਰੋ कैंसल आउट हो गई। क्यों ना मैं एक इतने होर जीरो ला लेना, मैनू 160 ਨੂੰ 1600 बना लेना, इतने मैं 1000 बना लेना, मेरी कैलकुलेशन फिर सिंपल हो जाएगी। आ देखो आ जीरो नाल आ जीरो ते आ 2 दे नाल आ 8 हो गया, ਤਾਂ ਕਿੰਨਾ ਹੋ ਜਾਏਗਾ ਤੁਸੀਂ ਕਹੋਗੇ 17 ਨਿਮਾ 153,
ਤੇ 153 ਗੁਣਾ 8, 153 गुणा 8 ਤੇ 15 8 120 1200 ਤੇ 24 1224 तो बेचेगा किन्ने दी 1224 ਦੇ ਵਿੱਚ ਆ ਹੁੰਦਾ ਕੀ ਆ ਗਿਆ SP ਆ ਗਿਆ। ਹੁਣ ਉਹਨੂੰ ਕਿੰਨੇ ਦਾ ਲਾਭ ਹੋਵੇਗਾ ਤਾਂ 1000 ਵਾਲੀ ਚੀਜ਼ 1224 ਦੇ ਵਿੱਚ ਵੇਚੇਗਾ ਤਾਂ ਕਿੰਨੇ ਦਾ ਲਾਭ ਹੋਵੇਗਾ 224 ਦਾ ਖਾਤੇ 1000 ਤੇ परसेंट ਲਾਵਾਂਗੇ ਤਾਂ ਇਨਟੂ ਦੇ ਵਿੱਚ 100 ਪੂਰਾ ਕਰਨ ਦੀ ਲੋੜ ਹੀ ਨਹੀਂਗੀ ਪੁਆਇੰਟ ਨੂੰ ਛੱਡ ਕੇ ਜਿੱਥੇ 224 ਦੇ ਕੇ ਆਨਸਰ ਹੈ ਆ ਨਹੀਂਗਾ आ 224 आ मेरा आंसर हो गया यानी कि आंसर आएगा 22.4%। एक तो तरीका सी इत्थे आ कैलकुलेशन करन दा। हुण कई बच्चे कहणगे सर तुहानू किवें पता लग्या पहला 160 मन्निया सी फिर तुसीं इत्थे एक जीरो होर वधा लई तां राजे ਇਹ ਗੱਲ मैं पहला भी तुहानू बहुत बारी दस चुकिया भी रेशो दे विच कोई भी वैल्यू नू मल्टीप्लाई जां डिवाइड आपां कर सकदे हां ਇਹਦੇ ਨਾਲ ਆਪਣੇ ਰੇਸ਼ੋ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਹੁਣ ਆ 160 ਸੀ ਇੱਥੇ ਆ ਮੇਰੇ ਕੋਲ 20 ਬਚਿਆ ਸੀ ਮੈਨੂੰ ਇੱਥੇ ਪਤਾ ਲੱਗਿਆ ਵੀ ਆ ਪੂਰਾ ਕੱਟ ਨਹੀਂ ਹੁੰਦਾ ਤਾਂ ਮੈਂ ਕੀ ਕਰਦਾ ਮੈਂ ਸੋਚਿਆ ਇੱਕ ਜ਼ੀਰੋ ਹੋਰ ਲਾ ਦੇਣਾ ਇੱਥੇ ਜਦੋਂ ਮੈਂ ਇੱਕ ਜ਼ੀਰੋ ਹੋਰ ਲਾਈ ਤਾਂ ਇੱਥੇ ਵੀ ਮੈਂ ਇੱਕ ਜ਼ੀਰੋ ਹੋਰ ਲਾਤੀ ਰੇਸ਼ੋ ਤਾਂ ਬਰਾਬਰ ਕਰਨਾ ਸੀ ਇੱਥੇ ਇੱਕ ਜ਼ੀਰੋ ਵਧਾਈ ਇੱਥੇ ਵੀ ਇੱਕ ਜ਼ੀਰੋ ਵਧਾਤੀ ਮੇਰੇ ਕੋਲ ਕੋਈ ਫਰਕ ਨਹੀਂ ਪਿਆ। ਹੁਣ ਇਹਦੇ ਨਾਲ ਮੇਰੀ ਕੈਲਕੂਲੇਸ਼ਨ ਥੋੜੀ ਜੀ ਆਸਾਨ ਹੋ ਗਈ। ਹੁਣ ਇੱਥੇ ਮੈਂ ਦੂਜਾ ਮੈਥਡ ਕੀ ਕਰ ਸਕਦਾ ਸੀ 10% ਅਤੇ 15% ਦਾ ओवरऑल डिस्काउंट देकर मैं कटदा तो 10 ते 15 25 ਦੇ ਵਿੱਚੋਂ ਆਪਾਂ ਮਾਈਨਸ ਕਰਾਂਗੇ 150 1.5 25 ਦੇ ਵਿੱਚੋਂ 1.5 ਮਾਈਨਸ ਕੀਤਾ ਤਾਂ ओवरऑल डिस्काउंट कितना ਹੋਵੇਗਾ 23.5%। ਹੁਣ 1600 ਦਾ 23.5% ਕੱਢ ਕੇ ਫਿਰ ਆਪਾਂ 1600 ਦੇ ਵਿੱਚੋਂ ਮਾਈਨਸ ਕਰਨਾ ਸੀ ਆਪਣਾ ਆਨਸਰ ਆਣਾ ਸੀ 1224 पर ਇਹ कैलकुलेशन थोड़ी जी अपने ਲਈ ਕੀ ਹੋ ਜਾਂਦੀ ਹਾਰਡ ਹੋ ਜਾਂਦੀ ਇਸ ਲਈ ਮੈਂ ਕੀ ਕੀਤਾ ਇਸ ਕੈਲਕੂਲੇਸ਼ਨ ਨੂੰ ਪ੍ਰੈਫਰ ਕੀਤਾ ਸੀ। ਠੀਕ ਹੈ ਰਾਜੇ आई होप ਤੁਹਾਨੂੰ ਇਹ ਗੱਲ ਸਮਝ ਆਈ ਹੋਵੇਗੀ। ਨੈਕਸਟ ਕੁਐਸਚਨ ਇੱਕ ਦੁਕਾਨਦਾਰ ਦੋ ਕਿਸਮਾਂ ਦੀਆਂ ਦਾਲਾਂ 200 ਅਤੇ 260 ਰੁਪਏ ਪ੍ਰਤੀ ਕੁਇੰਟਲ ਦੇ ਨਾਲ ਖਰੀਦਦਾ ਹੈ 52 ਕਿਲੋ ਕੁਇੰਟਲ दूजी किस्म की दाल नाल पहली किस्म की कितनी मात्रा मिलाई जाए कि 300 रुपए दे विच वेचण ते 25% का लाभ होवे। देखो भी दो दालां है पहली दाल का सीपी कितना है इस क्वेश्चन ते ला लो अपना 2 स्टार ये अपना 2 स्टार क्वेश्चन मैनू देखते ही पता लग गया भी ये क्वेश्चन एलिगेशन का है। पहली वस्तु का सीपी उन्हें दिता है पहली दाल का सीपी दिता है 200 दूजी दाल का सीपी कितना दिता है उन्हें 260। याद करो मैं तुहानू एलिगेशन वास्ते एक गल समझाई सी की समझाई सी एलिगेशन वास्ते अपने कोल तीन चीज़ां होनियां चाहिदियां हन की एक अपने कोल तीन वैल्यू होनी चाहिदी है कोई वैल्यू ए है कोई वैल्यू बी है अते ए अते बी तो मिला के कोई तीजी चीज बनी होवे। पहली कंडीशन दो अलग अलग चीजा तो एक नवी चीज बनी होवे। दूजी कंडीशन तिना दी यूनिट सेम होनी चाहिए है तीनों सीपी होने या तीनों एसपी होन तीनों परसेंटेज होन तीनों फ्रैक्शन होन जो भी यूनिट है तीनों किलोग्राम होन या तीनों ग्राम होन तिना दी यूनिट की होनी चाहिए है सेम ए बी अते ए प्लस बी तीनों दी यूनिट सेम होनी चाहिए है। तीजी कंडीशन की है तीजी कंडीशन है इन्ना दोवां वैल्यू दे विचों आ जिहड़ी विच वाली वैल्यू है आ एक तो छोटी अते एक तो वड्डी होनी चाहिए है। विच वाली वैल्यू इन्ना दोवां दे विचों एक तो छोटी अते एक तो वड्डी होनी चाहिए है तां आपां एलिगेशन ला सकते हैं। हुण आपां इस क्वेश्चन ते एलिगेशन लावांगे। सीपी पहली दाल का 200 है दूजी दाल का 260 है दूजी दाल की अपने को क्वांटिटी देती इनकी आपां बाद दे विच यूज करांगे। जदों उन्हां नूं मिलाया तां 25% लाभ ते वेची किन्ने दी 300 दी। हुण देखो आप पहली दाल का
ਸੀਪੀ ਆ ਦੂਜੀ ਦਾਲ ਦਾ ਸੀਪੀ, ਜਦੋਂ ਉਹਨਾਂ ਨੂੰ ਮਿਲਾ ਕੇ ਵੇਚਿਆ ਤਾਂ ਮਿਲਾਉਣ ਤੋਂ ਬਾਅਦ ਉਹਨਾਂ ਦਾ ਐਸਪੀ ਕਿੰਨਾ ਆਇਆ 300। ਤਾਂ ਆਪਾਂ ਐਲੀਗੇਸ਼ਨ ਲਾ ਸਕਦੇ ਹਾਂ? ਨਹੀਂ ਲਾ ਸਕਦੇ, ਕਿਉਂਕਿ ਆ ਸੀਪੀ ਹੈ, ਆ ਸੀਪੀ ਹੈ, ਆ ਐਸਪੀ ਹੈ, ਤਿੰਨਾਂ ਦੀ यूनिट सेम करनी है। ਆਪਾਂ यूनिट सेम कर ਲਈ ਕੀ ਕਰਾਂਗੇ? ਦੇਖੋ 25% ਦਾ ਲਾਭ, 25% ਦਾ ਲਾਭ ਹੋਇਆ ਸੀ। 25% ਦਾ ਮਤਲਬ ਕੀ ਹੁੰਦਾ ਹੈ? 1/4, ਯਾਨੀ ਕਿ 4 ਵਾਲੀ ਚੀਜ਼ ਇੱਕ ਲਾਭ 5 ਤੇ ਵੇਚੀ ਹੋਵੇਗੀ। 4 ਵਾਲੀ ਚੀਜ਼ ਕਿੰਨੇ ਤੇ ਵੇਚੀ ਹੋਵੇਗੀ? 5 ਤੇ 5 ਦੀ ਵੈਲਿਊ ਕਿੰਨੀ ਦੇ ਰੱਖੀ ਹੈ? 300। 60 ਗੁਣਾ ਤਾਂ ਜਿਹੜੀ ਮਿਕਸ ਕੀਤੀ ਦਾਲ ਸੀ ਉਸ ਦਾ ਸੀਪੀ ਕਿੰਨਾ ਰਿਹਾ ਹੋਵੇਗਾ? ਇਹ ਵੀ 60 ਗੁਣਾ 240 ਰੁਪਏ। ਆ ਕੀ ਆ ਗਿਆ ਮੇਰੇ ਕੋਲ? ਆ ਮੇਰੇ ਕੋਲ ਜਿਹੜੀ ਮਿਕਸ ਕੀਤੀ ਸੀ ਦਾਲ ਉਹਦਾ ਸੀਪੀ ਆ ਗਿਆ ਬਣ ਕੇ। ਇਹ ਗੱਲ ਰਾਜੇ ਤੁਹਾਨੂੰ ਸਮਝ ਆ ਗਈ ਹੋਵੇਗੀ। ਮੈਂ ਕੀ ਕਹਿਣਾ ਚਾਹੁੰਦਾ ਸੀ, ਜਿਹੜੀ ਮਿਕਸ ਦਾਲ ਸੀ ਉਹਨੂੰ 300 ਦੀ ਵੇਚੀ ਸੀ 25% ਲਾਭ ਤੇ। 25% ਦਾ ਲਾਭ ਦਾ ਮਤਲਬ ਹੋ ਗਿਆ 1/4, ਯਾਨੀ ਕਿ 5/4। 4 ਵਾਲੀ ਚੀਜ਼ 5 ਜਿੱਤੇ ਵੇਚੀ ਹੋਵੇਗੀ। ਮਿਕਸ ਦਾਲ ਉਹਨੇ ਵੇਚੀ ਕਿੰਨੇ ਦੀ ਹੈ? 300 ਦੀ। 5 ਦੀ ਵੈਲਿਊ 300, 60 ਗੁਣਾ ਤੇ ਮਿਕਸ ਦਾਲ ਦਾ ਸੀਪੀ ਕਿੰਨਾ ਹੈ? 4, ਤਾਂ 4 ਦੀ ਵੈਲਿਊ 60 ਗੁਣਾ 240। ਹੁਣ ਆਪਾਂ ਐਲੀਗੇਸ਼ਨ ਲਾ ਦਿੰਨੇ ਆ ਤੇ ਕਿਵੇਂ? ਪਹਿਲੀ 200, ਦੂਜੀ 260, ਆ ए है, आ मेरे को बी दाल है ते ओवरऑल दाल मेरी किन्ने दी है? मिक्स करने तो बाद 240 दी। एलिगेशन लाओ, आ कट माइनस करांगे तो 20, वड्डी दे विचों छोटी माइनस करांगे तो आ गया 40। रेशो किन्ना बन के आया? 2:4। हुण देखो आपां नूं क्वेश्चन दे विच की पुछया सी? 52 क्विंटल दूजी दाल दी पहली किस्म किन्नी मात्रा मिलाई जावे, यानी कि आपां पहली मात्रा दसनी किन्नी है। हुण देखो दूजी मात्रा आपां नूं किन्नी दे रखी है उन्हें? 52 क्विंटल। 4 नूं 52 बनाउण लई की करना पैना है? 13 नाल मल्टीप्लाई। ते पहली किन्नी मिलावेगा? पहली भी वो किन्नी मिलावेगा? 13 गुणा 13 दूना 26 क्विंटल, यानी कि पहली मात्रा किन्नी मिलानी चाहिए उन्होंने? 26 क्विंटल। अज दे लई इन्ना ही। आई होप तुहानू अज दा सैशन बहुत वधिया लग्या होवेगा। जेकर सैशन वधिया लगे तां इस क्लास नूं अपने यारां मित्रां तक वध तों वध शेयर जरूर करियो। जिहड़े विद्यार्थी ऑफलाइन जुड़ना चाहुंदे हन तां 5 जनवरी तो साडे ऑफलाइन बैच शुरू हो चुके हैं। तां बिना किसी देरी तो अपनी सफलता नूं सुनिश्चित करन दे लई अज ही ऑफलाइन बैच ज्वाइन करो। होर वधेरे जानकारी लई तुसी सानू टेलीग्राम ते मैसेज कर सकते हो। टेलीग्राम दा लिंक @JRSir1998 सर्च करके तुसी साडे टेलीग्राम चैनल नाल जुड़ सकते हो। अज दे लई इन्ना ही। आपां मिलदे हां एक होर नवे बेहतरीन सैशन दे नाल। तद तक विश यू ऑल द बेस्ट। टेक केयर। बाय बाय।